Hello students, I'm Sukhvinder Kaur from Department of Economics, GGDSD College ਹਰਿਆਣਾ ਹੁਸ਼ਿਆਰਪੁਰ। ਅੱਜ ਅਸੀਂ ਕਰਨ ਜਾ ਰਹੇ ਹਾਂ ਨਵਾਂ ਟੌਪਿਕ ਡਿਊਲਿਜ਼ਮ ਦਵੈਤਵਾਦ, ਸੋਸ਼ਲ ਐਂਡ ਟੈਕਨੋਲੋਜੀਕਲ ਸਮਾਜਿਕ ਅਤੇ ਤਕਨੀਕੀ। ਦਵੈਤਵਾਦ ਸਮਾਜਿਕ ਅਤੇ ਤਕਨੀਕੀ ਇਹ ਟੌਪਿਕ ਹੈ ਸਾਡਾ। ਦਵੈਤਵਾਦ ਜਿਸ ਤਰ੍ਹਾਂ ਅਸੀਂ ਅੱਗੇ ਪਹਿਲੀਆਂ ਕਲਾਸਿਸ ਦੇ ਵਿੱਚ ਗੱਲ ਕਰ ਚੁੱਕੇ ਹਾਂ ਕਿ ਸਾਡੇ ਹਰੇਕ ਜਗ੍ਹਾ ਦੋਹਰਾਪਨ ਪਾਇਆ ਜਾਂਦਾ ਤਕਰੀਬਨ, ਔਰ ਹਰੇਕ ਇਕੋਨਮੀ 'ਚ ਵੀ ਪਾਇਆ ਜਾਂਦਾ ਹੁੰਦਾ ਦੋਹਰਾਪਨ। ਇਹ ਦੋਹਰਾਪਨ ਜਿਸ ਨੂੰ ਅਸੀਂ ਇੱਥੇ ਥੋੜ੍ਹੀ ਟੈਕਨੀਕਲ ਟਰਮ ਜਿਹੜੀ ਉਹ ਦੇ ਰਹੇ ਹਾਂ ਦਵੈਤਵਾਦ, ਡਿਊਲਿਜ਼ਮ। ਮਾਡਰਨ ਅੰਡਰਡਿਵੈਲਪ ਇਕੋਨਮੀਜ਼ ਜਿੰਨੀਆਂ ਵੀ ਹੈਗੀਆਂ ਉੱਥੇ ਡਿਊਲਿਜ਼ਮ ਹੁੰਦਾ ਹੀ ਆ, ਦੋਹਰੀ ਅਰਥ ਵਿਵਸਥਾ ਹੁੰਦੀ ਹੈ, ਜਿੱਥੇ ਇੱਕ ਪਾਸੇ ਛੋਟਾ ਜਿਹਾ ਸੈਕਟਰ ਹੁੰਦਾ, ਛੋਟਾ ਜਿਹਾ ਏਰੀਆ ਹੁੰਦਾ ਜਿਹੜਾ ਵੈਲ ਡਿਵੈਲਪਡ ਹੁੰਦਾ, ਮਾਡਰਨਾਈਜ਼ਡ ਹੁੰਦਾ ਪੂਰੀ ਤਰ੍ਹਾਂ, ਅਤੇ ਇੱਕ ਪਾਸੇ ਪੁਰਾਣਾ ਟਰਡੀਸ਼ਨਲ ਸੈਕਟਰ ਹੁੰਦਾ ਔਰ ਬਹੁਤ ਵੱਡਾ ਸੈਕਟਰ ਹੁੰਦਾ, ਉਹ ਬਹੁਤ ਵੱਡਾ ਏਰੀਆ ਹੁੰਦਾ ਉਹ, ਜਿੱਥੇ ਮਾਡਰਨ ਟੈਕਨੀਕਸ ਯੂਜ਼ ਹੁੰਦੀਆਂ ਤੁਹਾਡੇ ਡਿਵੈਲਪ ਏਰੀਏ ਦੇ ਵਿੱਚ, ਅਤੇ ਬਹੁਤ ਹੀ ਜ਼ਿਆਦਾ ਬੈਕਵਰਡ ਟੈਕਨੀਕਸ ਜਿਹੜੀਆਂ ਓਲਡ ਟੈਕਨੀਕਸ ਆਫ ਪ੍ਰੋਡਕਸ਼ਨ ਯੂਜ਼ ਹੁੰਦੀਆਂ ਤੁਹਾਡੀ ਪਿਛੜੀ ਟੈਕਨੀਕ ਯੂਜ਼ ਹੁੰਦੀ ਆ ਸਾਡੇ ਅੰਡਰ ਡਿਵੈਲਪ ਏਰੀਆ, ਜਾਂ ਜਿਹਨੂੰ ਅਸੀਂ ਪਿਛੜਿਆ ਏਰੀਆ ਕਹਿੰਦੇ ਹਾਂ। ਹਿੰਗਿਸ ਅਤੇ ਬੋਇਕੇ ਦੋ ਇਕੋਨਮਿਸਟ ਹੋਏ ਆ, ਉਹਨਾਂ ਨੇ ਇਸ ਨੂੰ ਦਵੈਤਵਾਦ ਨੂੰ ਐਕਸਪਲੇਨ ਕੀਤਾ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਦਵੈਤਵਾਦ ਜਿਹੜਾ ਡਿਊਲਿਜ਼ਮ ਇਹ ਪਾਇਆ ਜਾਂਦਾ ਇਕੋਨਮੀਜ਼ ਦੇ ਵਿੱਚ, ਇਹਦਾ ਜਿਹੜਾ ਮੇਨ ਕਾਰਨ ਹੁੰਦਾ ਉਹ ਇਕੋਨਮੀਜ਼ ਦਾ ਪਿਛੜਿਆ ਹੋਣਾ ਹੀ ਹੁੰਦਾ ਹੈ। ਔਰ ਅਲਵਿਕਸਿਤ ਅਰਥ ਵਿਵਸਥਾ ਦੇ ਵਿੱਚ ਜਿਹੜਾ ਦਵੈਤਵਾਦ ਪਾਇਆ ਜਾਂਦਾ ਉਹਨੂੰ ਉਹਨਾਂ ਨੇ ਇਕਨੋਮਿਕ ਡਿਊਲਿਜ਼ਮ ਵੀ ਕਿਹਾ। ਆਪਾਂ ਤਾਂ ਸਿਰਫ ਡਿਊਲਿਜ਼ਮ ਕਹਿੰਦੇ ਪਏ ਹਾਂ, ਅਦਰਵਾਈਜ਼ ਇਹਨੂੰ ਉਹ ਇਕਨੋਮਿਕ ਡਿਊਲਿਜ਼ਮ ਵੀ ਕਹਿੰਦੇ ਆ। ਔਰ ਡਿਊਲਿਜ਼ਮ ਦਾ ਸਭ ਤੋਂ ਪਹਿਲਾਂ ਤਾਂ ਆਪਾਂ ਮੀਨਿੰਗ ਜਿਹੜਾ ਥੋੜ੍ਹਾ ਜਿਹਾ ਡਿਟੇਲ 'ਚ ਕਰਾਂਗੇ। ਡਿਊਲਿਜ਼ਮ ਮੀਨਸ ਐਗਜ਼ਿਸਟੈਂਸ ਆਫ ਟੂ ਡਿਸਟਿੰਕਟ ਸੈਕਟਰਸ ਇਨ ਐਨ ਅੰਡਰ ਡਿਵੈਲਪ ਇਕੋਨਮੀ। ਮੀਨਸ ਡਿਊਲਿਜ਼ਮ ਅੰਡਰ ਡਿਵੈਲਪ ਇਕੋਨਮੀ ਦੀ ਇੱਕ ਆਮ ਵਿਸ਼ੇਸ਼ਤਾ ਆ, ਔਰ ਉਹਦੇ ਵਿੱਚ ਇਹ ਆ ਕਿ ਅੰਡਰ ਡਿਵੈਲਪ ਇਕੋਨਮੀ ਦੇ ਵਿੱਚ ਦੋ ਸੈਕਟਰਸ ਪਾਏ ਜਾਂਦੇ ਆ। ਅ ਮਾਡਰਨ ਕਮਰਸ਼ੀਅਲਾਈਜ਼ਡ ਇੰਡਸਟਰੀਅਲ ਸੈਕਟਰ ਇਜ਼ ਡਿਵੈਲਪਡ ਅਲੋਂਗਸਾਈਡ ਅ ਟਰਡੀਸ਼ਨਲ ਸਬਸਿਸਟੈਂਸ ਐਗਰੀਕਲਚਰਲ ਸੈਕਟਰ। ਮੀਨਸ ਜਿਹੜਾ ਤੁਹਾਡਾ ਇੰਡਸਟਰੀਅਲ ਸੈਕਟਰ ਹੋਏਗਾ ਹਾਈਲੀ ਮਾਡਰਨਾਈਜ਼ਡ ਹੋਏਗਾ, ਐਂਡ ਦੂਸਰੇ ਸਾਈਡ 'ਤੇ ਤੁਹਾਡਾ ਸਬਸਿਸਟੈਂਸ ਲੈਵਲ 'ਤੇ ਹੀ ਜਿਹੜਾ ਬਹੁਤ ਹੀ ਪਿਛੜਿਆ ਐਗਰੀਕਲਚਰਲ ਸੈਕਟਰ ਹੋਏਗਾ। ਮੀਨਸ ਇਸ ਤਰ੍ਹਾਂ ਦਵੈਤਵਾਦ ਜਿਹੜਾ ਪਾਇਆ ਜਾਂਦਾ। ਔਰ ਉਤਪਾਦਨ ਦੀ ਟੈਕਨੀਕ ਜਿਹੜੀ ਹੋਏਗੀ ਉਹ ਹਾਈਲੀ ਮਾਡਰਨ ਹੋਏਗੀ ਇੰਡਸਟਰੀਅਲ ਸੈਕਟਰ ਦੇ ਵਿੱਚ, ਔਰ ਹਾਈਲੀ ਬੈਕਵਰਡ ਹੋਏਗੀ ਐਗਰੀਕਲਚਰਲ ਸੈਕਟਰ ਦੇ ਵਿੱਚ। ਬਹੁਤ ਹੀ ਪੁਰਾਣੇ ਤਕਨੀਕਸ ਦੇ ਨਾਲ, ਪੁਰਾਣੇ ਢੰਗਾਂ ਦੇ ਨਾਲ ਜਿਹੜੀ ਆ ਐਗਰੀਕਲਚਰ ਦੇ ਵਿੱਚ ਜਿਹੜਾ ਕੰਮ ਆ ਉਹ ਕੀਤਾ ਜਾਏਗਾ, ਖੇਤੀ ਜਿਹੜੀ ਕੀਤੀ ਜਾਏਗੀ। ਨੈਕਸਟ ਹੁਣ ਸਾਡੇ ਕੋਲ ਆ ਜਾਂਦਾ ਫਿਰ ਡਿਊਲਿਜ਼ਮ ਨੂੰ ਐਕਸਪਲੇਨ ਕਿੱਦਾਂ ਕਰਾਂਗੇ। ਇਹ ਤਾਂ ਸਿੰਪਲ ਜਿਹਾ ਮੀਨਿੰਗ ਆਪਾਂ ਦੱਸਤਾ। ਫਿਰ ਡਿਊਲਿਜ਼ਮ ਜਿਹੜਾ ਉਹ ਕਿਸ ਤਰ੍ਹਾਂ ਐਕਸਪਲੇਨ ਕੀਤਾ ਜਾਂਦਾ, ਇਹਦੇ ਲਈ ਦੋ ਥਿਊਰੀਜ਼ ਨੇ। ਇੱਕ ਸੋਸ਼ਲ ਡਿਊਲਿਜ਼ਮ ਆ, ਵੈਸੇ ਵੀ ਦੇਖੋ ਸਾਡੇ ਟੌਪਿਕ ਦਾ ਨਾਮ ਕੀ ਸੀ, ਡਿਊਲਿਜ਼ਮ ਸੋਸ਼ਲ ਐਂਡ ਟੈਕਨੋਲੋਜੀਕਲ। ਜਿਹੜਾ ਸੋਸ਼ਲ ਡਿਊਲਿਜ਼ਮ ਆ ਉਹ JS ਬੋਇਕੇ ਇਕੋਨਮਿਸਟ ਆ, ਉਹਨਾਂ ਨੇ ਦਿੱਤਾ, ਉਹਨਾਂ ਦੁਆਰਾ ਐਕਸਪਲੇਨ ਕੀਤਾ ਗਿਆ ਇਸ ਨੂੰ। ਐਂਡ ਜਿਹੜਾ ਦੂਸਰਾ ਟੌਪਿਕ ਹੈਗਾ ਸਾਡਾ ਟੈਕਨੀਕਲ ਡਿਊਲਿਜ਼ਮ, ਇਹ ਹਿੰਗਸ ਜਿਹੜੇ ਇਕੋਨਮਿਸਟ ਹੈਗੇ ਆ ਉਹਨਾਂ ਨੇ ਐਕਸਪਲੇਨ ਕੀਤਾ। ਅੱਜ ਅਸੀਂ ਪਹਿਲਾਂ ਜਿਹੜੀ ਗੱਲ ਕਰਾਂਗੇ ਉਹ ਜਿਹੜੀ ਅਸੀਂ ਅੱਜ ਗੱਲ ਕਰਾਂਗੇ ਉਹ ਸੋਸ਼ਲ ਡਿਊਲਿਜ਼ਮ ਕਰਾਂਗੇ, ਸਮਾਜਿਕ ਦਵੈਤਵਾਦ। ਸੋਸ਼ਲ ਡਿਊਲਿਜ਼ਮ ਇਜ਼ ਦੀ ਕਲੈਸ਼ਿੰਗ ਆਫ ਐਨ ਇੰਪੋਰਟਡ ਸੋਸ਼ਲ ਸਿਸਟਮ ਵਿਦ ਐਨ ਇੰਡੀਜੀਨੀਅਸ ਸੋਸ਼ਲ ਸਿਸਟਮ ਟੂ ਐਨ ਅਦਰ ਸਟਾਈਲ। ਕੀ ਆ ਸੋਸ਼ਲ ਡਿਊਲਿਜ਼ਮ ਆ ਜਿਹੜਾ, ਇਹ ਸਭ ਤੋਂ ਪਹਿਲਾਂ ਤਾਂ JS ਬੋਇਕੇ ਨੇ ਤਾਂ ਜਿਸ ਤਰ੍ਹਾਂ ਆਪਾਂ ਗੱਲ ਕਰ ਲਈ ਆ, ਉਹਨਾਂ ਨੇ ਜਿਹੜਾ ਸਿਧਾਂਤ ਸੀਗਾ ਉਹ ਇੰਡੋਨੇਸ਼ੀਆ ਦੀ ਇਕੋਨਮੀ ਦੇ ਜਿਹੜੇ ਉਹਨਾਂ ਦੇ ਪ੍ਰਭਾਵ, ਜਿਹੜੇ ਉਹਨਾਂ ਦੇ ਐਕਸਪੀਰੀਅੰਸ ਸੀਗੇ ਉਹਦੇ ਬੇਸ ਦੇ ਉੱਤੇ ਦਿੱਤਾ। ਉਹਨਾਂ ਨੇ ਕੀ ਕਿਹਾ ਕਿ ਸਮਾਜਿਕ ਦਵੈਤਵਾਦ ਇੱਕ ਬਾਹਰ ਤੋਂ ਆਈ ਹੋਈ ਸਮਾਜਿਕ ਵਿਵਸਥਾ ਦਾ ਉਸ ਤੋਂ ਅਲੱਗ ਤਰ੍ਹਾਂ ਦੀ ਦੇਸੀ ਸਮਾਜਿਕ ਵਿਵਸਥਾ ਦੇ ਨਾਲ ਸੰਘਰਸ਼ ਆ। ਮੀਨਸ ਇੱਕ ਫੋਰਨ ਕੰਟਰੀਜ਼ ਤੋਂ ਸਾਡੇ ਇਕਨੋਮਿਕ ਸਿਸਟਮ ਆਉਂਦਾ, ਇੱਕ ਸਾਡਾ ਆਪਣਾ ਇਕਨੋਮਿਕ ਸਿਸਟਮ ਹੁੰਦਾ, ਇਹਨਾਂ ਦੋਨਾਂ ਦੇ ਵਿੱਚ ਜਿਹੜਾ ਸੰਘਰਸ਼ ਆ ਉਹਨੂੰ ਉਹਨਾਂ ਨੇ ਕੀ ਕਿਹਾ, ਸੋਸ਼ਲ ਡਿਊਲਿਜ਼ਮ। ਉਹ ਕੀ ਕਹਿੰਦੇ ਸੀਗੇ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਸੋਸ਼ਲ ਡਿਊਲਿਜ਼ਮ ਹੈ ਇਹ ਬੇਸਿਕਲੀ ਤਿੰਨ ਗੱਲਾਂ 'ਤੇ ਆਧਾਰਿਤ ਆ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਸਮਾਜਿਕ ਵਿਚਾਰਧਾਰਾ, ਦੂਸਰੀ ਆਰਗੇਨਾਈਜੇਸ਼ਨਲ ਫਾਰਮ, ਅਤੇ ਤੀਸਰੀ ਉਹਨਾਂ ਨੇ ਕਿਹਾ ਸੀ ਟਾਈਪਸ ਆਫ ਟੈਕਨੀਕ। ਟੈਕਨੀਕ ਦੇ ਜਦੋਂ ਦੇ ਆਧਾਰ 'ਤੇ ਤਕਨੀਕੀ ਕਿਸਮਾਂ ਦੇ ਆਧਾਰ 'ਤੇ ਸਮਾਜਿਕ ਵਿਚਾਰਧਾਰਾ ਅਤੇ ਸੰਗਠਨਾਂ ਦੇ ਰੂਪ ਵਿੱਚ ਉਹ ਕਹਿੰਦੇ ਸੀਗੇ ਤਿੰਨ ਵਿਸ਼ੇਸ਼ਤਾਵਾਂ ਜਿਹੜੀਆਂ ਇਹ ਪਾਈਆਂ ਜਾਂਦੀਆਂ, ਜਿੱਥੇ ਇਹਨਾਂ ਤਿੰਨਾਂ ਵਿਸ਼ੇਸ਼ਤਾਵਾਂ ਦੇ ਭਿੰਨ ਭਿੰਨ ਰੂਪ ਪਾਏ ਜਾਣਗੇ। ਜਿਸ ਤਰ੍ਹਾਂ ਸਮਾਜਿਕ ਵਿਚਾਰਧਾਰਾ ਵੀ ਦੋ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਹੋਣ, ਸੰਗਠਨਾਂ ਦੇ ਰੂਪ ਵੀ ਦੋ ਤਰ੍ਹਾਂ ਦੇ ਸੰਗਠਨ ਪਾਏ ਜਾਂਦੇ ਹੋਣ, ਟੈਕਨੀਕਸ ਵੀ ਦੋ ਤਰ੍ਹਾਂ ਦੀਆਂ ਟੈਕਨੀਕਸ ਪਾਈਆਂ ਜਾਂਦੀਆਂ ਹੋਣ, ਜਿੱਥੇ ਇਹ ਸਾਰਿਆਂ ਦੇ ਭਿੰਨ ਭਿੰਨ ਰੂਪ ਪਾਏ ਜਾਣਗੇ ਉੱਥੇ ਸੋਸ਼ਲ ਡਿਊਲਿਜ਼ਮ ਹੋਏਗਾ।
ਪ੍ਰੋਫੈਸਰ ਬੋਇਕੇ ਜਿਹੜੇ ਹੈਗੇ ਆ ਉਹਨਾਂ ਨੇ ਸਮਾਜਿਕ ਦਵੈਤਵਾਦ ਨੂੰ ਐਕਸਪਲੇਨ ਕਰਨ ਲਈ ਕੀ ਕੀਤਾ ਕਿ ਇੱਕ ਉਹਨਾਂ ਨੇ ਇੱਕ ਸਮਾਜ ਲਈ ਈਸਟ ਵਰਡ ਵਰਤਿਆ ਅਤੇ ਦੂਸਰੇ ਸਮਾਜ ਲਈ ਉਹਨਾਂ ਨੇ ਵੈਸਟ ਜਿਹੜਾ ਵਰਡ ਆ ਉਹ ਵਰਤਿਆ। ਪੂੰਜੀਵਾਦੀ ਵਿਕਸਿਤ ਸਮਾਜ ਲਈ ਉਹਨਾਂ ਨੇ ਵੈਸਟ ਐਂਡ ਜਿਹੜਾ ਅਲਵਿਕਸਿਤ ਆ ਉਹਦੇ ਲਈ ਉਹਨਾਂ ਨੇ ਈਸਟ ਵਰਡ ਆ ਜਿਹੜਾ ਉਹ ਵਰਤਿਆ। ਉਹ ਕਹਿੰਦੇ ਈਸਟ ਅਤੇ ਵੈਸਟ ਪਾਏ ਜਾਂਦੇ ਆ ਔਰ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਡਿਫਰੈਂਸਿਸ ਹੁੰਦੇ। ਮੀਨਸ ਇੱਕ ਕੰਟਰੀ ਦੇ ਵਿੱਚ, ਇੱਕ ਅੰਡਰ ਡਿਵੈਲਪ ਇਕੋਨਮੀ ਦੇ ਵਿੱਚ ਈਸਟ ਅਤੇ ਵੈਸਟ ਦੋਨੇ ਹੀ ਪਾਏ ਜਾਂਦੇ ਆ। ਈਸਟ ਜਿੱਥੇ ਬੈਕਵਰਡ ਟੈਕਨੀਕਸ ਆਫ ਪ੍ਰੋਡਕਸ਼ਨ ਹੋਣਗੀਆਂ, ਜਿੱਥੇ ਪੁਰਾਣੇ ਖਿਆਲਾਤ ਹੋਣਗੇ, ਪੁਰਾਣੀਆਂ ਵਿਚਾਰਧਾਰਾਵਾਂ ਹੋਣਗੀਆਂ, ਅਤੇ ਦੂਸਰੇ ਸਾਈਡ 'ਤੇ ਵੈਸਟ ਆ ਜਿੱਥੇ ਮਾਡਰਨ ਟੈਕਨੀਕਸ ਹੋਣਗੀਆਂ, ਮਾਡਰਨ ਖਿਆਲ ਹੋਣਗੇ, ਮਾਡਰਨ ਵਿਚਾਰਧਾਰਾਵਾਂ ਹੋਣਗੀਆਂ। ਅਤੇ ਉੱਥੇ ਇਸ ਤਰ੍ਹਾਂ ਉਹਨਾਂ ਨੇ ਐਕਸਪਲੇਨ ਕੀਤਾ ਸੀਗਾ ਸੋਸ਼ਲ ਡਿਊਲਿਜ਼ਮ ਨੂੰ। ਉੱਥੇ ਸਮਾਜਿਕ ਦਵੈਤਵਾਦ ਉਹ ਕਹਿੰਦੇ ਪਾਇਆ ਜਾਏਗਾ ਜਿੱਥੇ ਇਹ ਜਿਹੜੀਆਂ ਵਿਸ਼ੇਸ਼ਤਾਵਾਂ ਆਪਾਂ ਹੁਣੇ ਡਿਸਕਸ ਕੀਤੀਆਂ ਇਹ ਪਾਈਆਂ ਜਾਂਦੀਆਂ ਹੋਣਗੀਆਂ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਸੀਗਾ ਸਮਾਜਿਕ ਦਵੈਤਵਾਦ ਜ਼ਿਆਦਾ ਕਰਕੇ ਉਹਨਾਂ ਸਮਾਜਾਂ 'ਚ ਪਾਇਆ ਜਾਂਦਾ ਜਿੱਥੇ ਆਯਾਤ ਪੱਛਮੀ ਪੂੰਜੀਵਾਦ ਉੱਥੋਂ ਦੇ ਪੂੰਜੀਵਾਦ ਤੋਂ ਪਹਿਲਾਂ ਹੀ ਪੇਂਡੂ ਅਰਥ ਵਿਵਸਥਾ ਵਿੱਚ ਆ ਗਿਆ ਹੁੰਦਾ। ਇੱਕ ਤਾਂ ਅਸੀਂ ਆਜ਼ਾਦ ਕਰਦੇ ਹਾਂ ਪੱਛਮੀ ਪੂੰਜੀਵਾਦ ਉੱਥੇ ਪਹਿਲਾਂ ਹੀ ਆ ਗਿਆ ਹੁੰਦਾ। ਮੀਨ ਜਦੋਂ ਕਿਸੇ ਇਕੋਨਮੀ 'ਚ ਅਜੇ ਇੱਕ ਜਿਹੜਾ ਕੈਪੀਟਲਿਜ਼ਮ ਐਂਟਰੀ ਕਰਦਾ ਉਹ ਉੱਥੇ ਉਹ ਥੋੜ੍ਹਾ ਜਿਹਾ ਟੈਕਨੀਕਸ ਜਿਹੜੀਆਂ ਥੋੜ੍ਹਾ ਜਿਹਾ ਏਰੀਆ ਉੱਥੇ ਮਾਡਰਨ ਟੈਕਨੀਕਸ ਯੂਜ਼ ਹੋਣ ਲੱਗਦੀਆਂ, ਥੋੜ੍ਹੇ ਜਿਹੇ ਏਰੀਏ ਦੇ ਵਿੱਚ ਓਲਡ ਟੈਕਨੀਕਸ ਜਿਹੜੀਆਂ ਉਹ ਰਹਿ ਜਾਂਦੀਆਂ। ਅਤੇ ਸਮਾਜਿਕ ਦਵੈਤਵਾਦ ਦੀਆਂ ਵਿਸ਼ੇਸ਼ਤਾਵਾਂ ਉਹਨਾਂ ਨੇ ਜਿਹੜੀਆਂ ਦਿੱਤੀਆਂ, ਸਭ ਤੋਂ ਪਹਿਲੀ ਜਿਹੜੀ ਵਿਸ਼ੇਸ਼ਤਾ ਉਹਨਾਂ ਨੇ ਸਮਾਜਿਕ ਦਵੈਤਵਾਦ ਦੀ ਸਾਨੂੰ ਦਿੱਤੀ ਆ ਉਹ ਹੈਗੀਆਂ ਲਿਮਿਟਡ ਨੀਡਸ। ਦੋਹਰੀ ਅਰਥ ਵਿਵਸਥਾ ਦੀ ਸਭ ਤੋਂ ਵੱਡੀ ਜਿਹੜੀ ਫਸਟ ਜਿਹੜੀ ਵਿਸ਼ੇਸ਼ਤਾ ਉਹਨਾਂ ਨੇ ਦਿੱਤੀ ਆ ਕਿ ਇਸ ਅਰਥ ਵਿਵਸਥਾ ਦੇ ਵਿੱਚ ਲੋੜਾਂ ਬਹੁਤ ਘੱਟ ਹੁੰਦੀਆਂ। ਇਸ ਦੇ ਫਲਸਰੂਪ ਵਟਾਂਦਰਾ ਵੀ ਘੱਟ ਹੁੰਦਾ, ਪੈਸੇ ਦੀ ਲੋੜ ਵੀ ਘੱਟ ਹੁੰਦੀ ਹੈ। ਲੋਕਾਂ ਰਾਹੀਂ ਉਤਪਾਦਨ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਕੀਤਾ ਜਾਂਦਾ। ਕਿਉਂਕਿ ਲੋੜਾਂ ਘੱਟ ਹੁੰਦੀਆਂ ਇਸ ਲਈ ਮਿਹਨਤ ਨੂੰ ਵੀ ਪ੍ਰੇਰਨਾ ਨਹੀਂ ਮਿਲਦੀ। ਨਹੀਂ, ਸਾਡੀਆਂ ਲੋੜਾਂ ਹੀ ਘੱਟ ਆ, ਇਸ ਲਈ ਅਸੀਂ ਉਹਨਾਂ ਨੂੰ ਫੁੱਲਫਿਲ ਕਰਨ ਦੇ ਲਈ ਕੰਮ ਵੀ ਘੱਟ ਕਰਦੇ ਹਾਂ। ਜ਼ਿਆਦਾ ਮੌਦਰਿਕ ਆਮਦਨ ਵੀ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਹਰ ਜਗ੍ਹਾ 'ਤੇ ਕੰਮ ਦੀ ਜਗ੍ਹਾ ਆਰਾਮ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ। ਇਹੀ ਕਾਰਨ ਹੈ ਕਿ ਅਰਥ ਵਿਵਸਥਾ ਵਿੱਚ ਮਜ਼ਦੂਰੀ ਦੀ ਪੂਰਤੀ ਵਕਰ ਪਿੱਛੇ ਵੱਲ ਨੂੰ ਮੁੜੀ ਹੁੰਦੀ ਹੈ, ਪਿੱਛੇ ਵੱਲ ਨੂੰ ਝੁਕੀ ਹੁੰਦੀ ਹੈ। ਦੇਖੋ ਉਹਨਾਂ ਨੇ ਜਦੋਂ ਲੇਬਰ ਦੀ ਪੂਰਤੀ ਵਕਰ ਦਿੱਤੀ ਹੈ ਅਤੇ ਉਹ ਕਹਿੰਦੇ ਆ ਕਿ ਜਿਸ ਤਰ੍ਹਾਂ ਐਕਸ ਐਕਸਸ ਵਾਈ ਐਕਸਸ ਉਹ ਆ ਦਿੰਦੇ ਆ ਕਿ ਐਕਸ ਐਕਸਸ 'ਤੇ ਸਪਲਾਈ ਆਫ ਲੇਬਰ ਆ ਜਾਂਦੀ ਹੈ, ਬਾਈ ਐਕਸਸ 'ਤੇ ਐਕਸ ਐਕਸਸ 'ਤੇ ਆ ਜਾਂਦਾ ਵੇਜਸ। ਸ਼ੁਰੂ ਦੇ ਵਿੱਚ ਜਦੋਂ ਵੇਜਸ ਵੱਧਦੇ ਆ ਤਾਂ ਸਪਲਾਈ ਆਫ ਲੇਬਰ ਵੱਧਦੀ ਹੈ। ਇੱਕ ਲੇਬਰ ਲੈਵਲ ਆ ਜਾਂਦਾ ਜਿੱਥੇ ਫਿਰ ਸਪਲਾਈ ਆਫ ਲੇਬਰ ਆ ਜਿਹੜੀ ਤੁਹਾਡੀ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਕਿ ਜਦੋਂ ਤੁਹਾਡੀਆਂ ਥੋੜ੍ਹੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਤਾਂ ਸਪਲਾਈ ਆਫ ਲੇਬਰ ਆ ਜਿਹੜੀ ਘਟਣੀ ਸ਼ੁਰੂ ਹੋ ਜਾਂਦੀ। ਕਿਉਂਕਿ ਉਹਨਾਂ ਦਾ ਮੰਨਣਾ ਸੀ, ਪ੍ਰੋਫੈਸਰ ਬੋਇਕੇ ਉਹਨਾਂ ਦਾ ਮੰਨਣਾ ਸੀ ਕਿ ਫਿਰ ਲੋਕ ਆਰਾਮ ਨੂੰ ਜ਼ਿਆਦਾ ਪ੍ਰੈਫਰੈਂਸ ਦੇਣੀ ਸ਼ੁਰੂ ਕਰ ਦਿੰਦੇ ਆ। ਨੈਕਸਟ ਹੈਗਾ ਜੀ ਸਮਾਜਿਕ ਲੋੜਾਂ ਦਾ ਵਧੇਰੇ ਮਹੱਤਵ। ਜਿਹੜੀ ਡਿਊਲਿਸਟਿਕ ਇਕੋਨਮੀ ਹੁੰਦੀ ਆ, ਦਵੈਤਵਾਦ ਜਿੱਥੇ ਪਾਇਆ ਜਾਂਦਾ ਹੁੰਦਾ ਉੱਥੇ ਇਕਨੋਮਿਕ ਦੀ ਬਜਾਏ ਸਮਾਜਿਕ ਲੋੜਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ। ਪ੍ਰੋਫਿਟ ਜਾਂ ਲਾਸ ਜਿਹੜੇ ਆ ਉਹ ਘੱਟ ਦੇਖੇ ਜਾਂਦੇ ਆ। ਉਸ ਦੀ ਸਮਾਜ ਦੇ ਵਿੱਚ ਇੰਪੋਰਟੈਂਸ ਆ ਉਹ ਜ਼ਿਆਦਾ ਦੇਖੀ ਜਾਂਦੀ ਆ। ਇਹ ਦੇਖਿਆ ਜਾਂਦਾ ਕਿ ਸਾਡੇ ਕੋਲ ਜ਼ਮੀਨ ਦਾ ਵੱਡਾ ਟੁਕੜਾ ਹੋਣਾ ਚਾਹੀਦਾ, ਭਾਵੇਂ ਉਸ ਉੱਤੇ ਖੇਤੀ ਕਰਕੇ ਜੀਵਨ ਦਾ ਗੁਜ਼ਾਰਾ ਵੀ ਨਾ ਹੋ ਸਕੇ। ਮੀਨਸ ਸਮਾਜਿਕ ਲੋੜਾਂ ਜਿਹੜੀਆਂ ਉਹ ਇਕਨੋਮਿਕ ਜਿਹੜੀਆਂ ਲੋੜਾਂ ਤੋਂ ਜ਼ਿਆਦਾ ਜਿਹੜੀਆਂ ਪ੍ਰੈਫਰੈਂਸ ਰੱਖਦੀਆਂ ਸੋਸ਼ਲ ਡਿਊਲਿਜ਼ਮ ਦੇ ਵਿੱਚ। ਨੈਕਸਟ ਹੈਗਾ ਸੀ ਇੰਪੋਰਟੈਂਸ ਆਫ ਸੈਲਫ ਸਫੀਸ਼ੈਂਸੀ। ਇਹ ਵੀ ਇੱਕ ਡਿਊਲਿਸਟਿਕ ਇਕੋਨਮੀ ਦਵੈਤਵਾਦ ਜਿਹੜੇ ਇਕੋਨਮੀ 'ਚ ਪਾਇਆ ਜਾਂਦਾ ਉੱਥੇ ਸਮਾਜਿਕ ਦਵੈਤਵਾਦ ਦੀ ਇਹ ਵੀ ਇੱਕ ਵਿਸ਼ੇਸ਼ਤਾ ਹੁੰਦੀ ਆ ਕਿ ਇਸ ਦਵੈਤਵਾਦ ਦੇ ਵਿੱਚ ਪਰਿਵਾਰ ਨੂੰ ਇੱਕ ਇਕਾਈ ਮੰਨਿਆ ਜਾਂਦਾ ਅਤੇ ਪਰਿਵਾਰ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨਾ ਸਭ ਤੋਂ ਇੰਪੋਰਟੈਂਟ ਮੰਨਿਆ ਜਾਂਦਾ ਅਤੇ ਉਹਨਾਂ ਲੋੜਾਂ ਦੇ ਲਈ ਕਿਸੇ ਹੋਰ 'ਤੇ ਡਿਪੈਂਡੈਂਟ ਹੋਣਾ ਵਧੀਆ ਨਹੀਂ ਮੰਨਿਆ ਜਾਂਦਾ। ਇਸ ਲਈ ਡੋਮੈਸਟਿਕ ਪਰਪਜ਼ ਲਈ ਪ੍ਰੋਡਕਸ਼ਨ ਹੋਈ ਜਾਂਦੀ ਹੈ। ਸਪੈਸ਼ਲਾਈਜੇਸ਼ਨ ਜਿਹੜੀ ਆ ਉਹਦੇ 'ਤੇ ਘੱਟ ਜ਼ੋਰ ਦਿੱਤਾ ਜਾਂਦਾ। ਸਾਰੇ ਲਾਈਕ ਐਗਰੀਕਲਚਰ ਦੀ ਵੀ ਗੱਲ ਕਰਦੇ ਹਾਂ ਤਾਂ ਅਸੀਂ ਜ਼ਿਆਦਾ ਪ੍ਰੋਡਕਸ਼ਨ ਕਰਾਂਗੇ ਪਰ ਸਾਰੇ ਪ੍ਰੋਡਕਟਸ ਦੀ, ਸਾਰੀਆਂ ਕ੍ਰੌਪਸ ਦੀ ਆਪਣੇ ਡੋਮੈਸਟਿਕ ਪਰਪਜ਼ ਲਈ, ਨਾ ਕਿ ਕਮਰਸ਼ੀਅਲ ਪਰਪਜ਼ ਲਈ। ਦੈਨ ਨੈਕਸਟ ਹੈਗਾ ਸੀਗਾ ਲੈਕ ਆਫ ਪ੍ਰੋਫਿਟ ਮੋਟਿਵ। ਕਿਉਂਕਿ ਫਿਰ ਉਹੀ ਜਿਸ ਤਰ੍ਹਾਂ ਆਪਾਂ ਥਰਡ ਪੁਆਇੰਟ ਕੀਤਾ ਕਿ ਅਸੀਂ ਸੈਲਫ ਸਫੀਸ਼ੈਂਸੀ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਹਾਂ, ਸਮਾਜਿਕ ਲੋੜਾਂ ਨੂੰ ਬਥੇਰੇ ਜ਼ਿਆਦਾ ਇੰਪੋਰਟੈਂਸ ਦਿੰਦੇ ਹਾਂ। ਇਸ ਲਈ ਪ੍ਰੋਫਿਟ ਮੋਟਿਵ ਆ ਜਿਹੜਾ ਲਾਭ ਪ੍ਰੇਰਨਾ ਦੀ ਇਹਦੇ ਵਿੱਚ ਘਾਟ ਪਾਈ ਜਾਂਦੀ ਹੈ। ਨੈਕਸਟ ਹੈਗਾ ਲੈਕ ਆਫ ਆਰਗੇਨਾਈਜੇਸ਼ਨ। ਬੋਇਕੇ ਨੇ ਵੀ ਕਿਹਾ ਸੀਗਾ ਕਿ ਪੂਰਬੀ ਸਮਾਜ ਜਿਹੜਾ ਪਿਛੜਿਆ ਏਰੀਆ ਕਹਿੰਦਾ, ਪਿਛੜਿਆ ਸਮਾਜ ਕਹਿੰਦਾ ਪਿਆ, ਉੱਥੇ ਸੰਗਠਨਾਂ ਦੀ ਵੀ ਘਾਟ ਹੁੰਦੀ ਆ, ਕਾਰੋਬਾਰੀ ਗੁਣਾਂ ਦੀ ਘਾਟ ਹੁੰਦੀ ਆ, ਪੂੰਜੀ ਦੇ ਨਿਵੇਸ਼ ਕਰਨ ਦਾ ਜੋਖਮ ਲੋਕ ਨਹੀਂ ਲੈਂਦੇ ਔਰ ਇਸ ਲਈ ਇੱਥੇ ਦੇ ਲੋਕ ਜ਼ਿਆਦਾ ਕਿਸਮਤਵਾਦੀ ਹੁੰਦੇ ਆ।
ਅਗਲਾ ਹੈਗਾ ਸੀਗਾ ਅਨਆਰਗੇਨਾਈਜ਼ਡ ਲੇਬਰ, ਕਿ ਜਿਹੜੀ ਸਾਡੇ ਲੇਬਰ ਪਾਈ ਜਾਂਦੀ ਆ ਸਮਾਜਿਕ ਦਵੈਤਵਾਦ ਦੇ ਵਿੱਚ, ਉਹ ਲੇਬਰ ਆਰਗੇਨਾਈਜ਼ ਨਹੀਂ ਹੁੰਦੀ, ਉਹ ਸਕਿਲਡ ਨਹੀਂ ਹੁੰਦੇ, ਉਹ ਮੋਬਾਈਲ ਨਹੀਂ ਹੁੰਦੇ, ਉਹ ਆਪਣਾ ਘਰ ਛੱਡ ਕੇ ਜਾਣ ਨੂੰ ਤਿਆਰ ਨਹੀਂ ਹੁੰਦੇ। ਇਸ ਕਰਕੇ ਉਹਨਾਂ ਦੇ ਵਿੱਚ ਸੌਦੇਬਾਜ਼ੀ ਕਰਨ ਦੀ, ਉਹਨਾਂ ਦੇ ਵਿੱਚ ਬਾਰਗੇਨਿੰਗ ਕਰਨ ਦੀ ਪਾਵਰ ਵੀ ਘੱਟ ਹੁੰਦੀ ਆ। ਇਹ ਲੋਕ ਕਿਸਮਤਵਾਦੀ ਹੁੰਦੇ ਆ, ਰੂੜੀਵਾਦੀ ਹੁੰਦੇ ਆ, ਕੰਮ ਕਰਨ ਵਿੱਚ ਵੀ ਸੁਸਤ ਹੁੰਦੇ ਆ, ਰਿਸਕ ਨਹੀਂ ਲੈਣਾ ਚਾਹੁੰਦੇ ਹੁੰਦੇ। ਔਰ ਜਦ ਕਿ ਜਿਹੜਾ ਇਸ ਦੇ ਉਲਟ ਜਿਹੜਾ ਪੱਛਮੀ ਸਮਾਜ ਹੁੰਦਾ, ਕਿਉਂਕਿ ਦੋ ਤਰ੍ਹਾਂ ਦੀ ਇਕੋਨਮੀ ਪਾਈ ਜਾਂਦੀ, ਦੋ ਤਰ੍ਹਾਂ ਦੇ ਲੋਕ ਪਾਏ ਜਾਂਦੇ ਆ, ਦੋ ਤਰ੍ਹਾਂ ਦਾ ਸਮਾਜ ਪਾਇਆ ਜਾਂਦਾ। ਉਹਦੇ ਵਿੱਚ ਲੋਕ ਕਿਸਮਤਵਾਦੀ ਨਹੀਂ ਹੁੰਦੇ, ਉਹਦੇ ਵਿੱਚ ਲੋਕ ਆਰਗੇਨਾਈਜ਼ਡ ਹੁੰਦੇ ਆ, ਉਹਦੇ ਵਿੱਚ ਲੋਕ ਸਕਿਲਡ ਹੁੰਦੇ ਆ, ਉਹਦੇ ਵਿੱਚ ਲੋਕ ਮੋਬਾਈਲ ਹੁੰਦੇ ਆ, ਔਰ ਉਹਦੇ ਵਿੱਚ ਉਹ ਹਰ ਤਰ੍ਹਾਂ ਦਾ ਰਿਸਕ ਲੈਣ ਲਈ ਤਿਆਰ ਹੁੰਦੇ ਆ, ਔਰ ਰਿਸਕ ਲਵਰ ਹੁੰਦੇ ਆ। ਇਸ ਤਰ੍ਹਾਂ ਇਹ ਵਿਸ਼ੇਸ਼ਤਾਵਾਂ ਜਿਹੜੀਆਂ ਪ੍ਰੋਫੈਸਰ ਬੋਇਕੇ ਨੇ ਸੋਸ਼ਲ ਡਿਊਲਿਜ਼ਮ ਦੀਆਂ ਦਿੱਤੀਆਂ। ਔਰ ਇਸ ਤੋਂ ਅੱਗੇ ਦਾ ਜਿਹੜਾ ਟੌਪਿਕ ਆ ਉਹ ਅਸੀਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਥੈਂਕ ਯੂ ਸੋ ਮਚ।